बिस्मिल्लाहिर्रहमानिर्रहीम अस्सलाम वालेकुम। वेलकम टू द फार्मिंग टिप्स में शाहिद अली अवान की जानिब से खुश आमदीद। मुअज़्ज़ज़ नाज़रीन, आज मैं आपको मौज़िया सहालिया में दो बड़े तजर्बाकार भाइयों के पास लाया हूँ। पहले छोटे भाई हमें मालूमात देंगे, उसके बाद बड़े भाई मालूमात देंगे। बड़े भाई की मालूमात का तो क्या ही कहना, वीडियो शुरू से लेकर आखिर तक देखिएगा। इंशाल्लाह दोनों भाइयों की तमाम बातें आपको फ़ायदेमंद लगेंगी और ये तजर्बाती प्रैक्टिकल बातें हैं, इसलिए आपको ये फ़ायदा दे सकती हैं। तो चलिए प्रॉपरली शुरू करते हैं, लेकिन उससे पहले याद दहानी कराना चाहता हूँ कि अगर आप हमारे चैनल पर नए हैं या अभी तक आपने हमारा चैनल सब्सक्राइब नहीं किया हुआ तो जल्दी से चैनल को सब्सक्राइब करके बेल आइकन दबा दें। और अगर आप फेसबुक व्यूअर हैं तो हमारे पेज को लाइक करके फॉलो करें ताकि हर नई बनने वाली वीडियो की इत्तला आप तक बर वक्त पहुँच सके। तो चलें प्रॉपर इंटरव्यू स्टार्ट करते हैं। अस्सलाम वालेकुम जी। वालेकुम सलाम जी। सर की नाम है ਤੁਹਾਡਾ? जवेद। ਪਿੰਡ ਦਾ ਨਾਮ ਤੇ ਇਲਾਕੇ ਦਾ ਨਾਮ ਦੱਸਿਓ ਜੀ। सालिया। ਤੇ ਇਲਾਕਾ ਕਿਹੜਾ ਜੀ? ਡੱਲ ਵਾਲੀ? डल वाली जम्मू रोड। ਠੀਕ ਹੋ ਗਿਆ। ਕਿੰਨੀ ਦੇਰ ਤੋਂ ਤੁਸੀਂ ਇਹ ਕੰਮ ਕਰ ਰਹੇ ਜੀ ਡੰਗਰਾਂ ਦਾ? ਕੰਮ ਇਹ ਸਾਡਾ ਬਚਪਨ ਤੋਂ ਹੀ ਹੈ, ਸਾਡੇ ਵਾਲਦ ਸਾਹਿਬ ਪਹਿਲੇ ਕਰਦੇ ਹਨ। ਸਹੀ ਹੈ। ਤੇ ਉਹਨਾਂ ਕੋਲ ਥੋੜੀਆਂ ਮਈਆਂ ਤੇ ਚਲੋ ਅੱਗੋਂ ਅਸੀਂ ਵੀ ਲੱਗ ਪਏ ਸ਼ੁਰੂ ਹੋ ਗਏ ਤੇ ਅੱਗੋਂ ਫਿਰ ਭਾਈ ਵੀ ਆਪੋ ਚ ਕਰਦੇ ਰਹੇ ਇਕੱਠੇ ਹੀ ਤੇ ਫਿਰ ਵੱਖ ਵੱਖ ਵੀ ਹੋ ਗਏ ਤੇ ਉਨੀਆਂ ਮਈਆਂ ਇੱਕੋ ਜਿਹੀਆਂ ਨੇ ਹਿਸਾਬ ਨਾਲ ਸਾਰਿਆਂ ਦੀਆਂ। ਤੇ ਮਾਸ਼ਾਅੱਲਾ ਕਿੰਨੀਆਂ ਕਮਾਈਆਂ ਨੇ ਹੁਣ? ਮਾਸ਼ਾਅੱਲਾ ਮਈਆਂ ਹੈ ਨੇ ਕੋਈ 25। ਅੱਛਾ ਠੀਕ ਹੈ। ਤੇ ਇਹਦੇ ਵਿੱਚ ਜਾ ਪਾ ਕੇ ਵਿੱਚ ਛੋਟੇ ਡੰਗਰ ਤਰੀਕ ਹੋ ਜਾਂਦੀ ਹੈ। ਜਾ ਪਾ ਕੇ ਕੋਈ ਤਰੀਕ ਹੋ ਹੀ ਜਾਂਦੇ। ਠੀਕ ਹੋ ਗਿਆ। ਤੁਹਾਡੀ ਨਜ਼ਰ ਦੇ ਵਿੱਚ ਇਹ ਕਾਰੋਬਾਰ ਕੈਸਾ, ਮੁਨਾਫਾ ਬਖਸ਼ ਹੈ ਜਾਂ ਨੁਕਸਾਨ ਦੇਵੇ? ਕਾਰੋਬਾਰ ਅੱਛਾ ਵੀ ਹੈ, ਆਪਣਾ ਕਾਰੋਬਾਰ ਹੈ, ਕਿਸੇ ਦੇ ਬਗਾਨੇ ਦੇ ਮਜ਼ਦੂਰੀਆਂ ਨਾਲੋਂ ਅੱਛਾ ਕਾਰੋਬਾਰ ਹੈ। ਠੀਕ ਹੋ ਗਿਆ। ज़्यादा नहीं मेहनत तो करनी पैंदी है पर बहरहाल ड्यूटी तो है, बहरहाल कारोबार अपना है। अच्छा भी कारोबार एडा फेल नहीं, यानी बादशाही काम है अपना, बादशाही काम ਤੁਹਾਨੂੰ ਕਿਸੇ ਰੋਕਣਾ ਨਹੀਂ। हाँ जी। ਤੁਸੀਂ ਦੱਸਿਓ ਕਿ ਜਿਹੜੇ ਲੋਕ ਇਹ ਕਾਰੋਬਾਰ ਕਰਨਾ ਚਾਹੁੰਦੇ ਨੇ, हाँ जी, ਇੱਕ ਬੰਦਾ ਨਵਾਂ ਕਾਰੋਬਾਰ ਕਰਨਾ ਚਾਹੁੰਦਾ ਹੈ, ਸਾਡੀ ਵੀਡੀਓ ਵੇਖਦਾ ਹੈ, ਇਸ ਵੀਡੀਓ ਤੋਂ ਸਿੱਖਦਾ ਹੈ जी, ਉਹ ਕਿਹੜੀਆਂ ਗੱਲਾਂ ਨੇ, ਕਿਹੜੀਆਂ ਸ਼ਰਾਇਤ ਨੇ ਕਿ ਉਹਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਨੇ? ਸ਼ੈੱਡ ਹੋ ਗਿਆ, ਡੰਗਰ ਹੋ ਗਏ ਜਾਂ ਪਹਿਲੀ ਹੋ ਗਿਆ ਬੰਨਾ नवा कारोबार ते जेड़ा शुरू करेगा ना वो पहले ते अपनी जगह ले डंगर बनने वास्ते। सही हो गया। डंगर बन गए ते फिर माल अपना 10 मझां जिन्ना ना ले पहले ते फिर 5-6 महीने कट के फिर 5 ले ते फिर कोशिश करे कि विच एक संडा भी लाए लाजमी। जिंदाबाद। लाजमी संडा ले फिर मईयां अपनियां थूणगियां भरत के ते फिर ओदी स्केल चल जाएगी। ਤੁਸੀਂ ਕਿਹਾ ਕਿ ਮੱਝਾਂ ਜਿਹੜੀਆਂ ਉਹਨੂੰ ਨਾਲ ਜ਼ਮੀਨ ਦੀ ਜ਼ਰੂਰਤ ਹੈ ਪੱਠੇ ਬੀਜਣ ਲਈ। 3 ਤੋਂ 3.5 ਕਿੱਲੇ ਲਾਜ਼ਮਨ ਹੈ ਵਿੱਚ ਹੋਣੀ ਚਾਹੀਦੀ ਆਪਣੇ ਪੱਠੇ ਬੀਜਣ ਲਈ। ਅੱਛਾ, ਡੰਗਰ ਰੱਖਣ ਵਾਸਤੇ ਕਿੰਨੀ ਜ਼ਮੀਨ ਹੋਣੀ ਚਾਹੀਦੀ ਹੈ? ਡੰਗਰਾਂ ਵਾਸਤੇ ਜਿਸ ਤਰ੍ਹਾਂ ਹੁਣ ਇਹ ਡੇਰਾ ਹੈ, ਤਰੀਆਂ ਡੰਗਰਾਂ ਵਾਸਤੇ 10 ਕਿੱਲੇ ਲਾਜ਼ਮਨ ਹੈ। ਨਹੀਂ, ਜਿਹਦੇ ਵਿੱਚ ਰੱਖਣਾ ਡੇਰਾ ਜਿੱਤੇ ਬਣਾਉਣਾ ਡੇਰਾ 'ਚ 2 ਕਨਾਲਾਂ। 2 ਕਨਾਲਾਂ। ਜਿਹੜੀ 36 ਹੋਣੀ ਚਾਹੀਦੀ ਉਹ ਕਿੰਨੀ ਹੋਣੀ ਚਾਹੀਦੀ? 36 ਹੋਣੀ ਚਾਹੀਦੀ, ਕੋਈ 5.5 ਮਰਲੇ। ਸਹੀ ਹੈ। ਹਾਂਜੀ। ਤੇ ਖੁੱਲੀ ਜਿਹੜੀ ਹੈ? ਖੁੱਲੀ ਦੂਜੀ 15 ਕੁ ਮਰਲੇ। ਸਹੀ ਹੋ ਗਿਆ। ਅਗਰ ਕੋਈ ਬੰਦਾ ਤਲਾਬ ਨਹੀਂ ਬਣਾਉਂਦਾ ਤੇ ਉਹਦਾ ਕੰਮ ਚੱਲ ਜਾਏਗਾ ਜਾਂ ਤਲਾਬ ਬਣਾਉਣਾ ਜ਼ਰੂਰੀ ਹੈ ਪਾਣੀ ਵਾਸਤੇ? ਨਾ ਹੀ ਬਣਾਏ ਚੱਲ ਜਾਂਦਾ ਕੰਮ, ਬਣਾਏ ਤੇ ਫਿਰ ਵੀ ਬਿਹਤਰ ਹੈ। ਸਹੀ ਹੈ। ਹਾਂਜੀ ਤਲਾਬ। ਅੱਛਾ, ਇਹ ਗੱਲ ਦੱਸਿਓ ਕਿ ਇੱਕ ਫੀ ਜਾਨਵਰ ਦੇ ਹਿਸਾਬ ਨਾਲ ਜੀ, ਇੱਕ ਜਾਨਵਰ ਹੈ ਕਿ ਇੱਕ ਮੱਝ, ਉਹਨੂੰ ਕਿੰਨੀ ਜਗ੍ਹਾ ਚਾਹੀਦੀ ਹੁੰਦੀ ਹੈ? 4 ਕੁ ਮਰਲੇ ਚਾਹੀਦੀ ਹੁੰਦੀ ਹੈ ਇੱਕ ਮੱਝ ਨੂੰ? ਹਾਂਜੀ। ਨਹੀਂ, ਪੱਠਿਆਂ ਵਾਸਤੇ ਨਹੀਂ, ਰਹਿਣ ਵਾਸਤੇ। ਰਹਿਣ ਵਾਸਤੇ ਕੋਈ 2-2.5 ਮਰਲੇ ਨਾਲ ਚੱਲ ਜਾਂਦਾ, ਅੱਗੇ ਪਿੱਛੇ ਕਰਨ ਮਾਰਿਆ ਵੀ। ਯਾਨੀ ਇੱਕ ਮਰਲੇ ਦੇ ਵਿੱਚ ਕੋਦਾ ਇਹ ਢਾਰਾ ਬਣ ਜੇ, ਇੱਕ ਮਰਲਾ ਨੂੰ ਅੱਗੇ ਪਿੱਛੇ। ਹਾਂਜੀ, ਅੱਗੇ ਪਿੱਛੇ ਇਸ ਹਿਸਾਬ ਨਾਲ ਅਸੀਂ ਜ਼ਿਆਦਾ ਨੂੰ ਕਰ ਲੈਂਦੇ। ਹਾਂਜੀ। ਅੱਛਾ, ਸਹੂਲਤਾਂ ਦੱਸਿਓ ਕਿਹੜੀਆਂ ਹੁੰਦੀਆਂ ਨੇ? ਸ਼ੈੱਡ ਕਿਸ ਤਰ੍ਹਾਂ ਦਾ ਹੋਏ, ਵਿਹੜਾ ਕਿਸ ਤਰ੍ਹਾਂ ਦਾ ਹੋਏ, ਔਰ ਬਾਹਰ ਜਿੱਥੇ ਬਣਨੇ ਡੰਗਰ ਉਹ ਕਿਸ ਤਰ੍ਹਾਂ ਦਾ ਹੋਏ? ਸ਼ੈੱਡ ਹੋਏ ਖੁੱਲਾ। ਅੱਛਾ। ਹਾਂਜੀ। ਤੇ ਇੱਕ ਅੰਦਰ ਖੁਰਲੀ ਹੋਏ ਤੇ ਇੱਕ ਬਾਹਰ ਹੋਏ। ਅੰਦਰ ਖੁਰਲੀ ਲਾਜ਼ਮੀ ਹੈ। ਜ਼ਿੰਦਾਬਾਦ, ਵੈਰੀ ਗੁੱਡ। ਅੰਦਰ ਵੀ ਖੁਰਲੀ ਲਾਜ਼ਮੀ ਹੈ? ਲਾਜ਼ਮੀ ਤੇ ਬਾਹਰ ਵੀ ਹੈ। ਤੇ ਬਾਹਰ ਵੀ ਲਾਜ਼ਮੀ ਹੈ। ਸ਼ੈੱਡ ਪੱਕਾ ਹੋਣਾ ਚਾਹੀਦਾ, ਕੱਚਾ ਹੋਣਾ ਚਾਹੀਦਾ? ਸ਼ੈੱਡ ਪੱਕਾ ਹੀ ਹੋਣਾ ਚਾਹੀਦਾ। ਤੇ ਕੱਚਾ ਉਹਦਾ ਕੀ ਨੁਕਸਾਨ ਹੈ? ਕੱਚੇ ਦਾ ਵੀ ਨਹੀਂ ਐਡਾ ਕੋਈ ਨੁਕਸਾਨ, ਉਤੋਂ ਚੋਣ ਵੀ ਲੱਗ ਪੈਂਦਾ, ਨੁਕਸਾਨ ਹੁੰਦਾ ਡੰਗਰ ਜਾਨਵਰ ਦਾ, ਹੈ ਹੀ ਨੁਕਸਾਨ ਹੈ ਕੱਚੇ। ਹਰ ਸਾਲ ਬਾਅਦ ਬਦਲਾਂ ਦੇ ਵਿੱਚ। ਦੱਸਿਓ ਕਿ ਜਿਹੜੀ ਚੀਜ਼ ਬਹੁਤ ਜ਼ਰੂਰੀ ਹੈ ਕਿ ਡੰਗਰ ਪਾਲਣ ਵਾਸਤੇ ਕਿ ਇਹ ਕੰਮ, ਇਹ ਚੀਜ਼ ਰੱਖਣੀ ਪੈਂਦੀ ਹੈ, ਉਹ ਕਿਹੜੀਆਂ ਚੀਜ਼ਾਂ ਨੇ ਕਿ ਜਿਹਦੇ ਬਗੈਰ ਗੱਲ ਨਹੀਂ ਬਣ ਸਕਦੀ? ਟਰੈਕਟਰ ਟਰਾਲੀ ਲਾਜ਼ਮਨ ਹੈ ਇਹਨੇ ਡੰਗਰਾਂ ਵਾਸਤੇ। ਇਹਨਾਂ ਡੰਗਰਾਂ ਵਾਸਤੇ ਪੱਠੇ ਛੱਟੇ ਲਿਆਉਣੇ। ਪੱਠੇ ਨਹੀਂ ਆ ਸਕਦੇ ਖੋਤੀਆਂ ਤੇ? ਨਹੀਂ, ਖੋਤੀਆਂ ਤੇ ਨਹੀਂ ਪੱਠੇ ਆ ਸਕਦੇ, ਰੇੜਿਆਂ ਤੇ ਵੀ ਨਹੀਂ ਆ ਸਕਦੇ। ਠੀਕ। ਟਰੈਕਟਰ ਟਰਾਲੀ ਲਾਜ਼ਮਨ ਹੈ। ਅੱਛਾ, ਇਸ ਕਾਰੋਬਾਰ ਦੇ ਵਿੱਚ ਤੁਹਾਨੂੰ ਮਸਾਇਲ ਦੱਸਣੇ ਦੱਸਾਂ ਕਿ ਕਿਹੜੇ ਮਸਲੇ ਲੋਕਾਂ ਨੂੰ ਪੇਸ਼ ਆਉਂਦੇ ਨੇ? ਜਿਹੜਾ ਬੰਦਾ ਕਾਰੋਬਾਰ ਕਰਦਾ, ਤੁਸੀਂ ਕਰ ਰਹੇ ਹੋ ਮਾਸ਼ਾਅੱਲਾ ਨਹੀਂ ਦੇਰ ਤੋਂ, ਕਿਹੜੇ ਮਸਲੇ ਪੇਸ਼ ਆਉਂਦੇ ਨੇ? ਮਸਲੇ ਇੱਕ ਤੇ ਨੁਕਸਾਨ ਹੁੰਦਾ, ਉਹ ਤੇ ਅੱਲਾ ਦੇ ਕੰਮ ਨੇ, ਤੇ ਨੁਕਸਾਨ ਪਹਿਲੇ ਵਿਹਾਰ ਕਾਰੋਬਾਰ ਸ਼ੁਰੂ ਕਰਨ ਲੱਗੇ। ਬਿਲਕੁਲ ਸਹੀ ਹੈ। ਉਹ ਪਹਿਲੇ ਸੋਚਣਾ ਆਪਾਂ ਨੁਕਸਾਨ ਵਿੱਚ ਹੀ ਹੈ। ਤੇ ਨੁਕਸਾਨ ਚਲੋ ਡੰਗਰ ਬਿਮਾਰ ਵੀ ਹੋ ਸਕਦਾ ਹੈ, ਮਰ ਵੀ ਸਕਦਾ ਹੈ, ਪਰ ਬਹਰਹਾਲ ਚਲੋ ਉਹਦੇ ਅੱਲਾ ਦੇ ਕੰਮ ਨੇ। ਨੁਕਸਾਨ ਪਹਿਲੇ ਵੀ ਉਂਝ ਲਾਜ਼ਮੀ ਸੋਚੇ, ਜੇ ਉਹ ਦਿਲ ਤੇ ਲਾਏ ਤੇ ਫਿਰ ਕਾਰੋਬਾਰ ਨਹੀਂ ਹੁੰਦਾ।
ਕੋਈ ਵੀ ਕਾਰੋਬਾਰ ਕਰੋ ਨੁਕਸਾਨ ਜੇ ਦਿਲ ਤੇ ਲੈ ਕੇ ਡੰਗਰਾਂ ਦਾ ਕਰੋ। ਮਰ ਜਾਣਾ ਇਹ ਇੱਕ ਨੁਕਸਾਨ ਹੈ, ਇਸ ਤੋਂ ਇਲਾਵਾ ਕਿਹੜਾ ਨੁਕਸਾਨ ਹੈ? ਕੋਈ ਮਸਲਾ ਕੋਈ ਹੋਰ ਨਹੀਂ ਕੋਈ ਮਤਲਬ ਇਹਦੀ ਨਹੀਂ। ਬਿਮਾਰੀ ਦਾ ਇਲਾਜ ਮਿਲ ਜਾਂਦਾ ਡਾਕਟਰ ਮਿਲ ਜਾਂਦਾ ਡਾਕਟਰ ਕੋਲ ਬਿਮਾਰੀ ਦਾ ਇਲਾਜ, ਬਾਕੀ ਪੱਟੇ ਛੱਟੇ ਵੀ ਮਿਲ ਜਾਂਦੇ ਨੇ, ਪੱਠੇ ਛੱਟੇ ਵੀ ਮਿਲ ਜਾਂਦੇ ਨੇ, ਦੁੱਧ ਵੀ ਵਿਕ ਜਾਂਦਾ ਦੁੱਧ ਵੀ ਵਿਕ ਯਾਨੀ ਜਾਂਦਾ, ਬਾਕੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਮਸਲਾ ਸਵੇਰ ਦੇ ਟਾਈਮ ਉੱਠਣ ਦਾ ਹੀ ਮਸਲਾ ਹੈ। ਹੁਣ ਦੱਸਿਓ ਕਿ ਜਾਨਵਰਾਂ ਦੀ ਜਿਹੜੀ ਕੀਮਤ ਹੈ ਉਹ ਕਿੰਨੀ ਕਿੰਨੀ ਹੈ? ਕੀਮਤ ਨਗਦ ਪੈਸੇ ਦੀ ਮੱਝ ਲਈਏ ਨਾ 6 ਅੱਛਾ 2 ਲੱਖ ਤਾਂ ਨਹੀਂ ਮਿਲ ਜਾਂਦੀ ਹੈ। ਠੀਕ ਹੈ। ਹਾਂਜੀ ਤੇ ਜੇ ਉਧਾਰ ਲਈਏ ਤਾਂ ਉਹ ਫਿਰ 2.5 3 ਦਵਾਲੇ 3.5 ਦਵਾਲੇ ਹੁਣ ਕਿਹੜੀ ਨਸਲਾਂ ਦੀਆਂ ਮੱਝ ਲੈਣੀ ਚਾਹੀਦੀਆਂ? ਮੱਝ ਖਾਸਕਰ ਸਾਹੀਵਾਲ ਦੀ ਅੱਛੀ ਰਹਿੰਦੀ ਹੈ। ਸਹੀ ਹੈ। ਹਾਂਜੀ ਤੇ ਇਹ ਦੱਸਿਓ ਕਿ ਟੀਕਾ ਲਵਾਉਣਾ ਬਿਹਤਰ ਹੁੰਦਾ ਜਾਂ ਫਿਰ ਸੰਡਾ ਤੁਸੀਂ ਕਿਹਾ ਕਿ ਹੋਣਾ ਚਾਹੀਦਾ ਵਿੱਚ? ਠੰਡਾ ਲਾਜ਼ਮੀ ਟੀਕਾ ਉਹ ਨਹੀਂ। ਕਿਹੜੀ ਚਾਚਾ ਜੀ ਆਪਣਾ ਕੀ ਨਾਂ ਹੈ? ਮੁਹੰਮਦ ਜਵੇਦ। ਚਾਚਾ ਜਵੇਦ, ਤੁਸੀਂ ਆਪਣੇ ਜਾਨਵਰਾਂ ਦੀ ਕੀ ਰੁਟੀਨ ਰੱਖੀ ਸਵੇਰ ਤੋਂ ਲੈ ਕੇ ਸ਼ਾਮ ਤੱਕ? ਅਸੀਂ ਤੇ ਜੀ ਇਹੋ ਹੀ ਵੱਡਾ ਪਾਤੇ ਜੀ, ਅੱਛਾ ਰੋਟੀ ਇਕੱਠੀਆਂ ਪੈਨੇ ਆ ਅੱਛਾ ਮਨ ਟਾਈਮ ਤੇ ਅੱਛਾ ਤੇ ਉਹ ਜਿੰਨੇ 2-2 ਕਿਲੋ ਹੋਣ 20 ਡੰਗਰ ਚੋਨੇ ਆ, ਅੱਛਾ 2-2 ਕਿਲੋ ਫੀਮੇਲ ਹੁੰਦੀ ਅੱਛਾ ਤੇ ਬਾਅਦ ਚ ਫਿਰ ਚਰੀ ਲਿਆਈ ਦੀ ਹੈ। ਠੀਕ ਹੈ ਉਹ ਟਰਾਲੀ ਲਿਆ ਕੇ ਕੁਤਰ ਕੇ ਤੇ ਉਹ ਪਹਾੜੀ ਦੀ ਠੀਕ ਹੋ ਗਿਆ। ਉਂਝ ਵੀ ਘਾਹ ਛੱਡ ਲਈਦਾ ਚਾਰਨ ਵਾਸਤੇ, ਚਾਰਾ ਜਿਹੜਾ ਨਾ ਹੂੰ ਪਿਆਲੀ 'ਚ ਵੀ ਜੱਗ ਛੱਡ ਦੇਈਦਾ। ਚਾਰਾ ਤੁਹਾਨੂੰ ਘਾਹ ਵੀ ਮੁੱਲ ਮਿਲਦਾ ਹੈ? ਆਹ ਮੁੱਲ ਮਿਲਦਾ ਜੀ ਕਿ ਮੁਫਤ ਕਿੱਥੇ 5000 ਦਾ ਪੈਲੀਆਂ ਵੇਲੀਆਂ ਨਹੀਂ ਮਿਲਦੀਆਂ? ਨਹੀਂ ਨਹੀਂ ਉਹ ਮੁੰਜੀ ਵੱਡੀ ਜਾਏ ਤੇ ਫੇਰ ਤੇ ਆਮ ਵੇਲੀਆਂ ਹੁੰਦੀਆਂ ਨਾ ਅੱਜ ਕੱਲ੍ਹ ਚਰੀ ਵਾਲੀਆਂ ਠੀਕ ਹੈ 4000 ਦਾ ਕਿੱਲਾ 5000 ਦਾ ਕਿੱਲਾ। ਠੀਕ ਹੈ। ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਫੇਰ ਪਿਛਲੇ ਟਾਈਮ ਆ ਜਾਂਦੀਆਂ ਮੈਂ ਇੱਥੇ ਠੀਕ ਹੈ ਡੇਰੇ ਠੀਕ ਹੈ ਤੂੜੀ ਪਾ ਕੇ ਥੱਲੇ 2 ਕਿਲੋ ਤੂੜੀ ਤੇ 2 ਕਿਲੋ ਵੰਡਾ ਠੀਕ ਹੈ ਇਹ ਚੋਈ ਲੱਗ ਜਾਂਦੀ। ਠੀਕ ਹੋ ਗਿਆ। ਤੇ ਸਿਰਫ ਰੋਟੀਆਂ ਪਾਉਂਦੇ ਹੋ? ਰੋਟੀਆਂ ਤੇ ਕੌੜੀ ਖਾ ਲਾ, ਰੋਟੀਆਂ ਤੇ ਕੋੜੀ ਖਾ ਵਿੱਚ ਉਹ ਦਾਲਾਂ ਕਣਕ ਦਾ ਮਿਕਸ ਕਰਕੇ ਠੀਕ ਹੈ। ਇਹ ਤਿੰਨੇ ਵੰਡੇ ਪਾਉਂਦੇ ਚੋਕਰ ਹੋ ਗਿਆ, ਐਸ ਵੰਡੇ ਨਾਲ ਜਾਨਵਰਾਂ ਦੀ ਗ਼ਿਜ਼ਾਈ ਜ਼ਰੂਰੀਅਤ ਪੂਰੀ ਹੋ ਜਾਂਦੀਆਂ ਨੇ? ਪੂਰੀ ਹੋ ਜਾਂਦੀ ਹੈ। ਕਿਉਂਕਿ ਪੱਠਾ ਪਹਿਲਾਂ ਖਾਧਾ ਹੁੰਦਾ ਨਾ ਚਰੀ ਦਾ, ਠੀਕ ਹੈ ਪਹਿਲਾਂ ਪੱਠਾ ਨਾ ਖਾਧਾ ਹੋਵੇ ਹਾਂ ਹਾਂ ਫੇਰ ਨਹੀਂ ਹੁੰਦੀ। ਠੀਕ ਹੈ ਪਹਿਲਾਂ ਚਰੀ ਘਾਹ ਨਾਲ ਰੱਜੀਆਂ ਹੁੰਦੀਆਂ ਨੇ ਮੈਨੂੰ ਠੀਕ ਹੈ ਇਹ 2 ਕਿਲੋ ਤੂੜੀ ਤੇ 2 ਕਿਲੋ ਵੰਡ ਇਹ ਮੈਨੂੰ। ਠੀਕ ਹੈ। ਤੁਹਾਡੇ ਕੋਲ 25 ਜਾਨਵਰ ਨੇ ਦੁੱਧ ਦੇਣ ਵਾਲੇ ਜਾਂ 25 ਟੋਟਲ? ਨਹੀਂ ਸਾਡੇ ਕੋਲ ਸਾਰੇ 25 ਨੇ ਜਾਨਵਰ, ਅਸੀਂ ਕੋਈ 18 ਚੋਨੇ ਆ ਐਸੇ 18 ਚੋਂ? 6-7 ਸੁੱਕੀਆਂ ਨੇ ਮਈਆਂ ਸੋਣਾ ਤੇ 18 ਚ ਕਿੰਨਾ ਦੁੱਧ ਮਿਲ ਜਾਂਦਾ ਵੇ? ਦੁੱਧ ਤਕਰੀਬਨ ਸਹੀ ਜਿਹੜਾ 2 ਮਣ ਸਹੀ ਕਰ ਛੱਡਦੇ ਇੱਕ ਟਾਈਮ ਦਾ? ਇੱਕ ਟਾਈਮ ਤੇ ਦੋਵਾਂ ਟਾਈਮਾਂ ਦਾ 4 ਮਣ। 4 ਮਿੰਟ। ਤੇ ਜਿਹੜੀ ਮੱਝ ਤੁਹਾਡੀ ਚੰਗਾ ਦੁੱਧ ਦਿੰਦੀ ਹੈ ਉਹ ਰੋਜ਼ਾਨਾ ਕਿੰਨਾ ਦੇ ਛੱਡਦੀ ਹੈ? ਚੰਗਾ ਜਿਹੜਾ ਮਈਆਂ ਵਿੱਚ ਚੰਗੀਆਂ ਵੀ ਨੇ ਹੂੰ ਉਹ ਕੋ ਦੇ ਹੱਦੀ 15 ਕਿਲੋ ਦੋਵਾਂ ਟਾਈਮਾਂ ਦਾ। ਉਹ ਕਿਹੜੇ ਇਲਾਕੇ ਦੀ ਹੈ? ਸਾਹੀਵਾਲ ਦੀ। ਸਾਹੀਵਾਲ ਦੀ? ਹਾਂਜੀ ਉੱਥੋਂ ਜਾ ਕੇ ਲਿਆਉਂਦੀ ਹਜੇ ਗੱਡੇ ਚੋਂ ਲਿਆਉਂਦੇ? ਨਹੀਂ ਆਹ ਤਾਂ ਉੱਥੇ ਜਾਂਦੇ ਆਹ ਕਾੜਿਆਂ ਦੇ ਕਾਜ ਆਪੀ ਗਏ ਹੋ? ਆਪ ਹੀ ਗਿਆ। ਤੇ ਕਿਸ ਸਕੀਮ ਨਾਲ ਲੈਂਦੇ ਹੋ? ਉੱਥੋਂ ਮੰਡੀ ਚੋਂ ਲੈਂਦੇ ਹੋ ਜਾ ਕੇ ਜਾਂ ਪਿੰਡਾਂ 'ਚ ਫੇਰਦੇ ਹੋ? ਪਿੰਡਾਂ 'ਚ ਵਪਾਰੀ ਹੈ ਸਾਡਾ ਤੇ ਉਹ ਲੈਂਦਾ ਪਿੰਡਾਂ 'ਚੋਂ। ਅੱਛਾ। ਇੰਜ ਹੀ ਡੇਰਾ ਬਣਿਆ ਜੀ ਸਾਡਾ, ਅੱਛਾ ਉਹ ਇਕੱਠੀਆਂ ਕਰਦਾ ਅੱਛਾ ਇਹ ਫੋਨ ਕਰਦਾ ਸਾਨੂੰ ਅੱਛਾ ਵੀ ਆ ਜਾਓ ਮਈਆਂ 5 ਨੇ ਜਾਂ 6 ਨੇ ਜਿੰਨੀਆਂ ਸਾਡੀ ਪਸੰਦ ਆਉਣ। ਠੀਕ ਹੈ 6 ਆ ਗਈਆਂ 4 ਆ ਗਈਆਂ ਠੀਕ ਹੈ ਲੈਂਦਾ ਉਹ ਹੀ ਹੈ, ਉਹਦੇ ਕੋਲ ਅਸੀਂ ਇਕੱਠੀਆਂ ਲਿਆਉਂਦੇ ਹਾਂ। ਸਹੀ ਹੈ। ਤੁਸੀਂ ਮੱਝਾਂ ਖਰੀਦਣ ਦੀ ਤੇ ਵੇਚਣ ਦੀ ਕੀ ਸਕੀਮ ਰੱਖਦੇ ਹੋ? ਕਿਸ ਟਾਈਮ ਖਰੀਦਦੇ ਹੋ ਤੇ ਕਿਸ ਟਾਈਮ ਵੇਚਦੇ ਹੋ? ਤੇ ਵੇਚਣ ਵਾਲੀਆਂ ਵਿਕਦੀਆਂ ਕਿੰਨੇ ਦੀਆਂ ਨੇ ਫਿਰ ਜਦੋਂ ਦੁੱਧ ਚੋੜ ਲੈਂਦੇ ਤੁਸੀਂ? ਵਿਕਦੀ ਇਹ ਜੇ 80 ਦੀ 90 ਦੀ ਜਿਹੜੀ ਅਸੀਂ ਵੇਚਦੇ ਨੇ ਕਾਮ ਕਰਕੇ ਮਸਾ ਠੀਕ ਹੈ ਨਹੀਂ ਮੈਂ ਖਲੋਂਦੀ ਸਹੀ ਹੈ ਖਰਾਬ ਜਾਂ ਕਿਸੇ ਦੇ ਥਣ ਮਰ ਜਾਂਦੇ ਨੇ ਠੀਕ ਹੈ। ਤੇ ਲੱਭਦੀ 2 ਦੀ 2.25 ਦੀ ਤੁਸੀਂ ਤਾਜ਼ੀ ਸੂਈ ਲੈਂਦੇ ਹੋ? ਤਾਜੀ ਉਹ ਸੂਈ ਚੋ ਲੈ ਕੇ ਤੁਹਾਨੂੰ ਵੇਚ ਹਾਂਜੀ ਸਕਦੇ ਹੋ? ਵੇਚ ਦਿੰਦੇ ਆ, ਉਹ ਵੀ ਵੇਚਦੇ ਤੇ ਉਹ ਜਾਂ ਜਿਹੜੀ ਅੱਗੋਂ ਨਿਕਲਦੀ ਨਹੀਂ ਠੀਕ ਹੈ। ਜਿਹੜੀ ਕੋਸੇ ਕਰਨੇ ਆ ਕੋਈ ਸੂਪਰ ਤੇ ਫਿਰ ਇਹ ਕੱਲ ਹੀ ਵੇਚਣੀ ਹੁੰਦੀ। ਸਹੀ ਹੋ ਗਿਆ। ਤੇ ਅੱਛਾ ਜੀ ਦੱਸਣ ਲੱਗੇ ਕੁਛ? ਉਂਝ ਮੈਂ ਜਿਹੜੀ ਹੈ ਨਾ ਹੂੰ ਚੰਗੀ ਲਈਏ ਤੇ ਚੰਗੀ 2.5 ਲੱਖ ਦੀ ਲੱਭੀ, ਦਰਮਿਆਨੀ 2 ਲੱਖ ਦੀ। ਠੀਕ ਹੈ। ਅੱਛਾ ਚਾਚਾ ਤੁਸੀਂ ਦੱਸ ਰਹੇ ਹਨ ਭਾਈ ਤੁਹਾਡੇ ਕਿ 10 ਕਿੱਲੇ ਜਗ੍ਹਾ ਚਾਹੀਦੀ ਹੈ 25-30 ਜਾਨਵਰ ਸੰਭਾਲਣ ਵਾਸਤੇ ਚਾਰੇ ਵਾਸਤੇ ਹਾਂਜੀ ਤੇ 2 ਕਨਾਲ ਰਕਬਾ ਵੈਸੇ ਹੋਣਾ ਚਾਹੀਦਾ ਸ਼ੈੱਡ ਵਾਸਤੇ? ਹਾਂਜੀ ਸ਼ੈੱਡ ਵਾਸਤੇ ਉਹਦੇ ਵਿੱਚ ਚਾਰੇ- 10 ਮਰਲੇ ਛੱਤਿਆ ਹੋਣਾ ਚਾਹੀਦਾ ਸ਼ੈੱਡ, ਠੀਕ ਹੈ ਤਾਂ ਮਾਰ ਰਹਿੰਦਾ। ਠੀਕ ਹੋ ਗਿਆ। ਚਾਰੇ ਦਾ ਤੇ ਵੰਡੇ ਦਾ ਹਾਂਜੀ। ਕਿੰਨਾ ਖਰਚਾ ਆ ਜਾਂਦਾ ਰੋਜ਼ਾਨਾ ਦਾ ਫਿਰ ਜਾਨਵਰ? ਸਾਰਾ ਅਸੀਂ ਇਕੱਠੇ ਹੀ ਲਿਆਉਂਦੇ ਆ, ਹਾਂ ਇਹ ਕੋਈ 3000 ਰੁਪਏ ਦਾ ਵੰਡ ਬਣਦਾ ਸਾਡਾ ਰੋਜ਼ਾਨਾ ਦਾ? ਰੋਜ਼ਾਨਾ ਦਾ 3500 ਦਾ, ਠੀਕ ਹੈ। ਅੱਜ ਨੇ 3500 ਦਾ ਤੇ ਚਾਰੇ ਦਾ 1000 ਰੁਪਏ ਲਾ ਲਓ, 1500 ਲਾ ਲਓ, 5000 ਰੁਪਏ ਖਰਚ ਖਰਚਾ ਸਾਡਾ। ਤੇ ਸਟਾਲੇ ਦਿਨਾਂ 'ਚ ਕੋਈ ਫਰਕ ਪੈਂਦਾ ਬਚਤ 'ਚ? ਆ ਉਦੋਂ ਕੋਈ ਵੰਡ ਘੱਟ ਪੈਂਦਾ। ਉਹ ਬਚਤ ਵੱਧ ਜਾਂਦੀ? ਹਾਂਜੀ
ਇਹ ਜੀ ਟੋਕਾ ਮਸ਼ੀਨ ਹੈ, ਇਹ ਕਿੰਨੇ ਕੁ ਦੀ ਮਿਲ ਜਾਂਦੀ ਹੈ? ਇਹ ਹੁਣ ਮੈਂ 30,000 ਦੀ ਮਿਲਦੀ ਹੈ 30। ਠੀਕ ਹੈ। ਤੁਹਾਡੇ ਬਾਕੀ ਇਹ ਬੰਦਿਆਂ ਦਾ ਖਰਚਾ ਬੜਾ, ਇਹ ਬੰਦਾ ਹਾਂ ਰੱਖਿਆ ਹੈਗਾ, ਇਹ 20,000 ਰੁਪਏ ਨੂੰ ਮਹੀਨੇ ਦਿੰਦੇ ਆ। 20,000 ਰੁਪਏ? ਹਾਂਜੀ, ਲੱਖ ਰੁਪਏ ਐਡਵਾਂਸ ਦਿੱਤਾ ਹੈ। ਠੀਕ ਹੈ। 20,000 ਰੁਪਏ ਮਹੀਨੇ ਦਾ ਇਹਨੂੰ ਕਿੰਨਾ ਐਗਰੀਮੈਂਟ ਕੀਤਾ ਹੈ? ਹਾਂਜੀ, ਐਗਰੀਮੈਂਟ ਕਿੰਨੇ ਟਾਈਮ ਦਾ ਕੀਤਾ ਹੈ? ਸਾਲ ਦਾ। ਇਹ ਕਿਹੜੇ ਇਲਾਕੇ ਚੋਂ ਆਏ ਨੇ ਭਾਈ? ਇਹ ਖਾਨਾਵਾਲ ਦਾ। ਖਾਨੇਵਾਲ ਤੋਂ ਆਏ ਨੇ। ਠੀਕ ਹੈ। 20,000 ਰੁਪਏ ਚ ਪੈਂਦਾ ਸਾਨੂੰ। ਤੁਹਾਡੇ ਟੋਟਲ ਬੰਦੇ ਕਿੰਨੇ ਬੰਦੇ ਆ ਜਾਨਵਰ ਸੰਭਾਲਦੇ ਨੇ? 5 ਜਾਨਵਰ? 3 ਬੰਦੇ। 3 ਬੰਦੇ? ਇੱਕ ਹੈ ਤੇ 2 ਤੁਸੀਂ ਆਪ ਹੀ ਹੋ? ਹਾਂਜੀ। ਠੀਕ ਹੋ ਗਿਆ। ਅੱਛਾ, ਇਹ ਦੱਸੋ ਕਿ ਇਸ ਤੋਂ ਇਲਾਵਾ ਕੋਈ ਹੋਰ ਹਰਾਜਾਤ ਵੀ ਹੈ ਨੇ ਵੰਡੇ ਤੇ ਚਾਰੇ ਤੋਂ ਇਲਾਵਾ ਜਾਨਵਰਾਂ ਦੇ ਕੋਈ ਹੋਰ ਹਰਾਜਾਤ ਵੀ ਹੈ ਨੇ, ਜਿਸ ਤਰ੍ਹਾਂ ਬਿਜਲੀ ਮਸਾਲਾ ਮਸੂਲਾ ਦੇਣਾ ਪੈਂਦਾ ਮੈਨੂੰ, ਮਰਚਾਂ ਹੋ ਗਈਆਂ, ਜੇ ਕਿਸੇ ਮੈਨੂੰ ਠੰਡਾ ਨੂੰ ਕਿਸੇ ਤੋਂ ਹਲਦੀ ਪਾ ਕੇ ਦੇਖ ਲਈ। ਉਧਰ ਦੱਸਿਆ ਠੰਡਾ ਨੂੰ ਕਿਸ ਤਰ੍ਹਾਂ ਹੱਲ ਕਰਦੇ ਹੋ? ਠੰਡਾ ਜੇ ਛਿਛਰੇ ਮਾਰੇ ਨਾ ਤੇ ਫਿਰ ਹਲਦੀ ਭਰਨੀ ਆ। ਗਾਈ ਦਾ ਦੁੱਧ ਕਿਲੋ ਹੋ ਗਿਆ, ਅੱਧ ਪਾ ਹਲਦੀ, ਠੀਕ ਹੈ, ਅੱਧ ਪਾ ਮਰਚਾਂ, ਠੀਕ ਹੈ, ਇਹਨਾਂ ਨੂੰ ਵਾਲਾ ਖਰਾ ਕੇ ਠੀਕ ਹੈ, ਤੇ ਕਾੜਾ ਬਣਾ ਕੇ ਇਹਨੂੰ ਦੇ ਦਿਓ, ਠੀਕ ਹੋ ਜਾਏਗਾ। ਕਿਸ ਟਾਈਮ ਦੇਣਾ ਚਾਹੀਦਾ ਹੈ? ਚੁਆਈ ਤੋਂ ਬਾਅਦ ਸ਼ਾਮ, ਜਦੋਂ ਚਾਰਾ ਖਾ ਲੈਂਦੀਆਂ ਨੇ, ਵੰਡਾ ਵੀ ਖਾ ਲੈਂਦੀਆਂ। ਹਾਂ, ਉਸ ਟਾਈਮ ਉਹ ਚਾਰਾ ਖਾ ਕੇ ਵੰਡਾ ਖਾ ਕੇ ਵਿਹਲੀਆਂ ਆਹ ਹੋ ਕੇ ਉਸ ਵੇਲੇ ਟਾਈਮ ਦਵੋ। ਜੀ ਹਾਂ। ਤੇ ਕਿੰਨੇ ਦਿਨ ਦਵੋ? ਇਹ 3 ਦਿਨ ਦੇ, 3 ਦਿਨਾਂ ਤੋਂ ਬਾਅਦ ਸੋਜ ਵੀ ਲੈ ਜਾਂਦੀ, ਥਣ ਵੀ ਸਹੀ ਹੋਈ। ਤੇ ਕਿੰਨੀ ਮਿਕਦਾਰ ਚ ਪਾਣਾ ਚਾਹੀਦਾ ਚੀਜ਼ਾਂ? ਅੱਧਾ ਤਾਂ ਭਾਈ ਭਰਨਾ ਮੈਂ, ਤੇ ਅੱਧ ਪਾ ਮਰਚਾ ਤੇ ਅੱਧ ਪਾ ਹਲਦੀ, ਠੀਕ ਹੈ, ਤੇ ਕਿਲੋ ਦੁੱਧ ਗਾਈ ਦਾ ਠੀਕ ਹੈ। ਵਾਲਾ ਖਰਾ ਕੇ। ਹੂੰ ਇਹਦੇ ਟੀਕੇ ਵੀ ਨਿਕਲੇ ਨੇ, 1200 ਦਾ ਇੱਕ ਲੱਭਦਾ, ਅੱਛਾ, ਇੱਕ 400 ਦਾ ਲੱਭਦਾ, ਫਰਕੋ ਫਰਕੀ ਠੀਕ ਹੈ। ਉਹਨਾਂ ਦਾ ਵੀ ਹੱਲ ਹੋ ਜਾਂਦਾ। ਅੱਛਾ, ਇਹ ਜਿਹੜੇ ਲੋਕ ਟੀਕੇ ਨਾਲ ਦੁੱਧ ਚੋਂਦੇ ਨੇ, ਮੱਝਾਂ ਦਾ ਟੀਕਾ ਲਾਉਂਦੇ ਨੇ, ਇਹਨਾਂ ਦੀ ਮੱਝਾਂ ਦੀ ਸਿਹਤ ਤੇ ਕੋਈ ਅਸਰ ਪੈਂਦਾ? ਯਾਨੀ ਉਹ ਕੋਈ ਸੂਣ ਵਾਲੇ ਬਣਦੀਆਂ ਨੇ? ਵਾਹ, ਉਹ ਪੈਂਦਾ ਫਰਕ। ਕੀ ਫਰਕ? ਨਿਕਲਦੀਆਂ ਮਈਆਂ ਜੇ 20 ਮਿੰਟ ਬਣੀਆਂ ਨੇ ਨਾ, ਹਾਂ, ਉਹਨਾਂ ਚੋਂ ਮੇਰੇ ਹਿਸਾਬ ਨਾਲ ਅੱਧੀਆਂ ਹੀ ਨਿਕਲਦੀਆਂ। ਯਾਨੀ ਅੱਧੀਆਂ ਮੱਝਾਂ ਖਰਾਬ ਹੋ ਜਾਂਦੀਆਂ ਨੇ ਹਾਂਜੀ, ਟੀਕੇ ਦੀ ਵਜ੍ਹਾ ਤੋਂ। ਅੱਧੀਆਂ ਨਿਕਲਦੀਆਂ। ਯਾਨੀ ਟੀਕਾ ਫਿਰ ਨਹੀਂ ਲਵਾਉਣਾ ਚਾਹੀਦਾ? ਨਹੀਂ, ਟੀਕਾ ਨੁਕਸਾਨ ਹੈ ਬਹੁਤ। ਟੀਕਾ ਨੁਕਸਾਨ ਹੈ, ਠੀਕ ਹੈ, ਕੋਸ਼ਿਸ਼ ਕਰਕੇ ਪਹਾੜੀ 'ਚ ਮਈਆਂ ਲੱਗਣ, ਠੀਕ ਹੈ। ਉਹ ਬਿਹਤਰ ਹੈ। ਬੱਚੇ ਨਾ ਮਿਲਣਾ। ਇਸ ਡੇਰੇ ਦਾ ਮਹੀਨੇ ਦਾ ਬਿਜਲੀ ਦਾ ਖਰਚ ਕਿੰਨਾ ਕੁ ਆ ਜਾਂਦਾ ਹੈ? ਇਹ 12,000, 12.5, 13 ਇੰਨਾ ਹੁੰਦਾ ਜੀ। ਇਹ ਵੀ ਆਉਂਦਾ ਹੈ, ਜੀ। 10-12 ਹਜ਼ਾਰ ਬਿਜਲੀ ਦਾ ਖਰਚ ਵੀ ਜੀ, ਆ ਜਾਂਦਾ ਹੈ। ਤੇ ਕਿਤੇ ਬੰਦੇ ਨੇ ਮੱਝਾਂ ਲੈਣੀਆਂ ਹੋਣ ਜਾਂ ਤੁਹਾਡੇ ਕੋਲ ਮਾਲੂਮਾਤ ਵਾਸਤੇ ਰਾਬਤਾ ਕਰਨਾ ਹੈ, ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਆ ਲੈਣੀਆਂ ਹੁਣ ਖਾਂਗੜੀਆਂ ਸੱਜਰੀਆਂ, ਹਾਂ, ਆ ਲੈ ਲਵੇ, ਕੋਈ ਨਹੀਂ ਗੱਲ। ਫੋਨ ਨੰਬਰ ਦੱਸਿਓ। ਸੱਜਲ ਹਾਂ 340 0340 0340 6839 6739 276 276। ਹਾਂ ਬਰਾ ਜਾ ਚਾ ਲਿਆ। ਬਹੁਤ ਸ਼ੁਕਰੀਆ ਭਾਈ, ਤੁਸੀਂ ਬੜੀ ਬੇਸ਼ਕੀਮਤ ਮਾਲੂਮਾਤ ਦਿੱਤੀਆਂ ਨੇ। ਅਸਲਾਮ।